ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਇੱਕ ਸ਼ਲੋਕ ਹੈ ਬੈਰਾਗ ਸ਼ਤਕ ਗ੍ਰੰਥ ਦੇ ਵਿੱਚ ਭਰਤਰੀ ਜੀ ਦਾ ਉਚਾਰਨ ਕੀਤਾ ਹੋਇਆ ਸ਼ਲੋਕ। ਉਹ ਸ਼ਲੋਕ ਦਾ ਭਾਵ ਹੈ ਕਿ ਸਮਦ੍ਰਿਸ਼ਟਤਾ ਕੈਸੀ ਹੁੰਦੀ ਹੈ, ਸੰਤਾਂ ਦਾ ਮਨ ਕੈਸਾ ਹੁੰਦਾ ਹੈ, ਸੰਤਾਂ ਦਾ ਸੁਭਾਅ ਕੈਸਾ ਹੁੰਦਾ ਹੈ, ਜਿਹੜੇ ਸਮਦ੍ਰਿਸ਼ਟੀ ਪੁਰਸ਼ ਹਨ ਉਹ ਕਿਸ ਤਰ੍ਹਾਂ ਨਾਲ ਵਿਚਰਨ ਕਰਦੇ ਹਨ, ਐਸਾ ਉਸ ਸ਼ਲੋਕ ਦੇ ਵਿੱਚ ਦਰਜ ਹੈ। ਸ਼ਲੋਕ ਹੈ, ਕਵੀ ਭੂਮ ਆਸਣ ਸਿੰਘਾਸਣ ਪੇ ਬਾਸ ਕਵੀ, कभी पेशग्रास कभी व्यंजन आहार है, कभी सत खंडवती गोदरी को ओढ़े जती, कंबर को कबहूँ दिगंबर को तार है, कभी भान कर तपे कभी शीश छतर दिपै, कहूँ सत्कार होत कहूँ तिरस्कार है, तदपि न संत जन सुखी दुखी होत मन, आत्मा असंग लखे देह को बिहार है। इस श्लोक तो भाव है, कवि भूम आसण ਸਿੰਘਾਸਣ पे बास कवि। कदी ਤਾਂ ਵਿਵੇਕੀ ਪੁਰਸ਼ ਸੰਤ ਪੁਰਸ਼ ਰੱਬ ਦੇ ਪਿਆਰੇ ਗੁਰਮੁਖ ਪਿਆਰੇ ਕਦੀ ਧਰਤੀ ਦੇ ਉੱਤੇ ਲੇਟ ਕੇ ਸੌਂਦੇ ਹਨ। ਉਹਨਾਂ ਦੇ ਕੋਲ ਕੁਛ ਵੀ ਨਹੀਂ ਹੁੰਦਾ, ਇੱਕ ਆਪਣੇ ਸਰੀਰ ਤੋਂ ਸਿਵਾ ਧਰਤੀ ਉੱਤੇ ਸੌਂ ਕੇ ਗੁਜ਼ਾਰਾ ਕਰ ਲੈਂਦੇ ਹਨ। ਕਵੀ ਭੂਮ ਆਸਣ ਧਰਤੀ ਦੇ ਉੱਤੇ ਆਸਣ ਲਾਉਂਦੇ ਹਨ। ਸਿੰਘਾਸਣ ਪੇ ਬਾਸ ਕਵੀ, ਕਵੀ ਰਾਜਿਆਂ ਵਰਗਾ ਖਾਨ ਪਹਿਰਾਨ ਹੁੰਦਾ ਹੈ। ਕਵੀ ਭੂਮ ਆਸਣ ਸਿੰਘਾਸਣ ਪੇ ਬਾਸ ਕਵੀ, ਕਵੀ ਪੇਸ਼ਗਰਾਸ ਕਵੀ ਵਿਅੰਜਨ ਆਹਾਰ ਹੈ। ਕਦੀ ਤਾਂ ਭਿਕਸ਼ਾ ਦਾ ਗਰਾਸ ਮੰਗ ਕੇ ਖਾਂਦੇ ਹਨ, ਭਿਕਸ਼ਾ ਦੀ ਰੋਟੀ ਮੰਗ ਕੇ ਖਾਂਦੇ ਹਨ, ਸੁੱਕੀ ਗਿੱਲੀ ਜਿਸ ਤਰ੍ਹਾਂ ਦੀ ਮਿਲ ਜਾਵੇ, ਅਤੇ ਕਦੀ 36 ਤਰ੍ਹਾਂ ਦੇ ਭੋਜਨ ਪਰੋਸ ਕੇ ਥਾਲਾਂ ਦੇ ਵਿੱਚ ਉਹਨਾਂ ਦੇ ਅੱਗੇ ਰੱਖਦੇ ਹਨ। ਸੰਗਤ ਉਹਨਾਂ ਦਾ ਸਤਿਕਾਰ ਕਰਦੀ ਹੈ, ਮਾਣ ਕਰਦੀ ਹੈ, ਪੂਜਾ ਪ੍ਰਤਿਸ਼ਠਾ ਕਰਦੀ ਹੈ, ਚਰਨ ਧੋ ਕੇ ਪੀਂਦੀ ਹੈ। ਕੈਸੀ ਉੱਤਮ ਬਿਰਤੀ ਦੇ ਉਹ ਮਾਲਕ ਹੁੰਦੇ ਹਨ। ਕਦੀ ਭਿਕਸ਼ਾ ਦਾ ਗਰਾਸ ਮਿਲ ਜਾਵੇ, ਕਦੀ 36 ਪ੍ਰਕਾਰ ਦੇ ਭੋਜਨ ਮਿਲ ਜਾਣ ਅਤੇ ਉਸ ਵਿੱਚ ਹੀ ਸੰਤੁਸ਼ਟ ਰਹਿੰਦੇ ਹਨ। ਇਹ ਸਰੀਰ ਦੇ ਭਾਗ ਸਮਝ ਕੇ ਉਸ ਨੂੰ ਗ੍ਰਹਿਣ ਕਰਦੇ ਹਨ। ਕਵੀ ਸਤ ਖੰਡਵਤੀ ਗੋਦਰੀ ਕੋ ओढ़े जती, ਕੰਬਰ ਕੋ ਕਬਹੂੰ ਦਿਗੰਬਰ ਕੋ ਤਾਰ ਹੈ। ਕਦੀ ਤਾਂ 100 ਖੰਡ ਹੋਈ ਉਹਨਾਂ ਦੀ ਜਿਹੜੀ ਕਫਣੀ ਹੈ, ਚੋਲਾ ਹੈ, ਉਹ 100 ਖੰਡ 100 ਜਗ੍ਹਾ ਤੋਂ ਪਾਟਾ ਹੋਇਆ ਹੁੰਦਾ ਹੈ। 100 ਤਰ੍ਹਾਂ ਦੀਆਂ ਲੀਰਾਂ ਲੱਗੀਆਂ ਹੋਈਆਂ ਹੁੰਦੀਆਂ ਹਨ, ਟਾਕੀਆਂ ਲੱਗੀਆਂ ਹੋਈਆਂ ਹੁੰਦੀਆਂ ਹਨ। ਐਸਾ ਗਰੀਬੀ ਭੇਸ ਖਪਣੀ ਦਾ ਉਹਨਾਂ ਨੂੰ ਮਿਲਿਆ ਹੁੰਦਾ ਹੈ। ਕਵੀ ਸਤ ਖੰਡਵਤੀ ਗੋਦਰੀ ਕੋ ओढ़े जती, ਐਸੀ ਗੋਦੜੀ ਉਹ ਪਾਉਂਦੇ ਹਨ ਕਿ ਜਿਹੜੀ 100 ਟਾਕੀਆਂ ਲੱਗੀਆਂ ਹੋਈਆਂ ਹੁੰਦੀਆਂ ਹਨ। ਕੰਬਰ ਕੋ ਕਬਹੂੰ ਦਿਗੰਬਰ ਕੋ ਤਾਰ ਹੈ। ਕਦੀ ਤਰ੍ਹਾਂ ਤਰ੍ਹਾਂ ਦੇ ਦੁਸ਼ਾਲੇ ਉਹਨਾਂ ਦੇ ਉੱਤੇ ਦਿੱਤੇ ਜਾਂਦੇ ਹਨ, ਥੱਲੇ ਵਿਛਾਏ ਜਾਂਦੇ ਹਨ, ਉੱਤੇ ਦਿੱਤੇ ਜਾਂਦੇ ਹਨ। ਅਤੇ ਕਦੀ ਉਹ ਦਿਗੰਬਰ ਬਿਰਤੀ ਭਾਵ ਬਿਲਕੁਲ ਨਗਨ ਅਵਸਥਾ ਦੇ ਵਿੱਚ ਰਹਿੰਦੇ ਹਨ, ਸਰੀਰ ਦੇ ਉੱਤੇ ਕੋਈ ਕੱਪੜਾ ਨਹੀਂ। ਇਸੇ ਤਰ੍ਹਾਂ ਵਿਚਰਨ ਕਰਦੇ ਹਨ, ਰਮ ਅਤੇ ਜੋਗੀਆਂ ਵਾਂਗ ਰਹਿੰਦੇ ਹਨ ਔਰ ਭਿਕਸ਼ਾ ਦਾ ਗਰਾਸ ਮੰਗ ਕੇ ਖਾਂਦੇ ਹਨ। ਕਬੂ ਭਾਨ ਕਰ ਤਪੇ ਕਬੂ ਸੀਸ ਛਤਰ ਦਿਪੈ, ਕਦੀ ਤਾਂ ਉਹ ਨੰਗੇ ਸਿਰ ਚਮਕਦੀ ਹੋਈ ਧੁੱਪ ਦੇ ਵਿੱਚ ਚੱਲਦੇ ਹਨ। ਇੰਨੀ ਗਰਮੀ ਦੀ ਧੁੱਪ, ਨੰਗੇ ਪੈਰ ਥੱਲੇ ਤੱਤੀ ਧਰਤੀ ਦੇ ਉੱਤੇ ਚੱਲਦੇ ਹਨ। ਕਬੂ ਭਾਨ ਕਰਤਾ ਪਏ ਕਵੀ ਸੀਸ ਛਤਰ ਦਿਪੈ, ਅਤੇ ਕਦੀ ਉਹੀ ਸਿਰ ਦੇ ਉੱਤੇ ਲੋਕ ਛਤਰ ਚਲਾਉਂਦੇ ਹਨ, ਸੋਨੇ ਦੇ ਛਤਰ ਝੁਲਦੇ ਹਨ, ਸਿੰਘਾਸਣ ਬੈਠਣ ਨੂੰ ਮਿਲਦੇ ਹਨ। ਕਹੂੰ ਸਤਿਕਾਰ ਹੋਤ ਕਹੂੰ ਤਿਰਸਕਾਰ ਹੈ, ਕਿਤੇ ਸਤਿਕਾਰ ਹੁੰਦਾ ਹੈ, ਕਿਤੇ ਤਿਰਸਕਾਰ ਹੁੰਦਾ ਹੈ, ਭਾਵ ਲੋਕ ਗਾਲਾਂ ਕੱਢਦੇ ਹਨ। ਇਹਨਾਂ ਦੋਨਾਂ ਬਿਰਤੀਆਂ ਨੂੰ ਉਹ ਸਹਿਣ ਕਰਦੇ ਹਨ।
ਤਦ ਵੀ ਨਾ ਸੰਤ ਜਨ ਸੁਖੀ ਦੁਖੀ ਹੋਤ ਮਨ। ਕੈਸੇ ਸੰਤ ਜਨ ਹਨ, ਉਹ ਸੁਖੀ ਦੁਖੀ ਨਹੀਂ ਹੁੰਦੇ ਮਨ ਕਰਕੇ। ਇਹ ਸਰੀਰ ਦੇ ਭਾਗ ਨੂੰ ਸਮਝਦੇ ਹਨ ਕਿ ਇਹ ਸਰੀਰ ਦਾ ਭਾਗ ਜਿਸ ਤਰ੍ਹਾਂ ਦਾ ਹੈ ਉਸੇ ਤਰ੍ਹਾਂ ਦਾ ਇਸ ਨੂੰ ਮਿਲ ਜਾਣਾ ਹੈ। ਆਤਮਾ ਅਸੰਗ ਲਖੇ ਦੇਹ ਕੋ ਬਿਹਾਰ ਹੈ। ਇਹ ਸਰੀਰ ਦੇ ਭਾਗ ਹਨ। ਆਤਮਾ ਜਿਹੜਾ ਅਸੰਗ ਰੂਪ ਹੈ, ਨਿਸੰਗ ਰੂਪ ਹੈ, ਜਿਹੜਾ ਵਿੱਚ ਵਾਸ ਕਰ ਰਿਹਾ ਹੈ ਸਰੀਰ ਰੂਪ ਆਲਣੇ ਦੇ ਵਿੱਚ, ਪੰਖੀ ਜੋ ਵਾਸ ਕਰ ਰਿਹਾ ਹੈ, ਉਹ ਗੁਰੂਆਂ ਦੀ ਕਿਰਪਾ ਕਰਕੇ ਅਸੰਗ ਰੂਪ ਰਹਿੰਦੇ ਹਨ, ਨਿਸੰਗ ਰੂਪ ਰਹਿੰਦੇ ਹਨ। ਸਰੀਰ ਦੀ ਕਿਰਾ ਨੂੰ ਨਹੀਂ ਦੇਖਦੇ। ਭਗਤ ਕਬੀਰ ਜੀ ਦਾ ਸ਼ਲੋਕ ਹੈ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਭੋਇ ਗਿਰ ਪਰਾ ਪਰਾ ਕਲੇਜੇ ਸ਼ੇਖ। ਐਸੇ ਸਤਿਗੁਰਾਂ ਨੇ ਬਾਰ ਮਾਣ ਮਾਰਿਆ ਕਿ ਮਾਣ ਪ੍ਰਤਿਸ਼ਠਾ ਔਰ ਨਿੰਦਿਆ ਇਹਨਾਂ ਦੋਨਾਂ ਤੋਂ ਰਹਿਤ ਕਰ ਦਿੱਤਾ। ਤਿਰਸਕਾਰ ਅਤੇ ਸਤਿਕਾਰ ਇਹਨਾਂ ਦੋਨਾਂ ਤੋਂ ਰਹਿਤ ਕਰ ਦਿੱਤਾ। ਕੋਈ ਫਰਕ ਨਹੀਂ ਪੈਂਦਾ ਜੇ ਕਿਸੇ ਨੇ 4 ਗਾਲਾਂ ਕੱਢ ਲਈਆਂ, ਕੋਈ ਫਰਕ ਨਹੀਂ ਪੈਂਦਾ ਜੇ ਕਿਸੇ ਨੇ ਮਾਣ ਸਤਿਕਾਰ ਕਰ ਦਿੱਤਾ। ਕਬੀਰ ਸਤਿਗੁਰੂ ਸੂਰਮੇ, ਐਸੇ ਸਤਿਗੁਰੂ ਸੂਰਮੇ ਹਨ ਜਿਨ੍ਹਾਂ ਨੇ ਇੱਕ ਬਾਣ ਮਾਰਿਆ। ਕਿੱਦਾਂ ਦਾ ਬਾਣ ਮਾਰਿਆ? ਹਿਰਦੇ ਵਿੱਚ ਕਿ ਨਿਸੰਗ ਰੂਪ ਕਰ ਦਿੱਤਾ, ਪ੍ਰਭੂ ਦੇ ਨਾਮ ਦੇ ਵਿੱਚ ਨਿਯੁਕਤ ਕਰ ਦਿੱਤਾ। ਐਸੀ ਫਿਰ ਬਿਰਤੀ ਕਰ ਦਿੱਤੀ ਜਿਸ ਤਰ੍ਹਾਂ ਆਕਾਸ਼ ਦੇ ਵਿੱਚ ਕੋਈ ਟਿਕ ਜਾਂਦਾ ਹੈ, ਉਸ ਨੂੰ ਕੋਈ ਸਹਾਰਾ ਨਹੀਂ ਹੁੰਦਾ, ਪਰ ਆਕਾਸ਼ ਦੇ ਵਿੱਚ ਬਿਰਤੀ ਟਿਕ ਜਾਂਦੀ ਹੈ। ਇਸੇ ਤਰ੍ਹਾਂ ਉਹਨਾਂ ਦਾ ਮਨ ਬਣਾ ਦਿੰਦੇ ਹੁੰਦੇ ਆ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਭੋਇ ਗਿਰ ਪਰਾ ਪਰਾ ਕਲੇਜੇ ਸ਼ੇਖ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।